मॉर्निंग स्टूडेंट्स। बेटा आज जैसे ही नेक्स्ट टॉपिक डिस्कस करना है रिप्रोडक्शन इन द ह्यूमन बींग्स। ह्यूमन बींग्स शो सेक्सुअल डाइमॉर्फिज्म एज दे आर यूनिसेक्सुअल, they reproduce only sexually. The ability for the sexual reproduction appears late. Before that, a number of changes occur. Height increase from class 2 to class 10. Body weight also increase. Of course, sometimes too much. Means ਜਿਹੜਾ ਸਾਡੇ ਵਿੱਚ ਰਿਪਰੋਡਕਸ਼ਨ ਹੁੰਦੀ ਆ, ਠੀਕ ਹੈ, ਉਹ ਹਾਈਟ ਜਿਹੜੀ ਆ ਇਨਕਰੀਜ਼ ਕਰਦੀ ਆ, ਠੀਕ ਹੈ, ਫਰੋਮ ਦਾ ਕਲਾਸ 2 ਟੂ ਕਲਾਸ 10, ਜਿਹਦੇ ਵਿੱਚ ਸਾਡਾ ਬਾਡੀ ਦਾ weight ਜਿਹੜਾ ਉਹ ਵੀ ਇਨਕਰੀਜ਼ ਕਰਦਾ ਹੈ। ਆਫ ਕੋਰਸ ਸਮਟਾਈਮਸ ਜਿਹੜਾ ਟੂ ਮੱਚ ਬਹੁਤ ਜ਼ਿਆਦਾ ਇਨਕਰੀਜ਼ ਕਰ ਜਾਂਦਾ ਆ। ਫਿਰ ਜਿਹੜੇ ਛੋਟੇ ਬੱਚੇ ਦੇ ਮਿਲਕ ਟੀਥ ਪਹਿਲਾਂ ਹੁੰਦੇ ਆ, ਉਸ ਤੋਂ ਬਾਅਦ ਉਹਦੇ ਪਰਮਾਨੈਂਟ ਟੀਥ ਹੁੰਦੇ ਆ। ਸੋ ਮੀਨਸ ਇਹ ਜਿਹੜੀਆਂ ਬਹੁਤ ਸਾਰੀਆਂ ਚੇਂਜਿਸ ਹੁੰਦੀਆਂ, ਗਰੋਥ ਜਿਹੜੀ ਆ ਇੱਕਦਮ ਇਨਕਰੀਜ਼ ਹੁੰਦੀ ਆ ਫਰੋਮ ਦਾ ਕਲਾਸ 8 ਟੂ 10, ਜਿਹੜੀ ਬਹੁਤ ਜ਼ਿਆਦਾ। ਸੋ ਦਿਸ the simultaneously body proportion change, some new body features ਜਿਹੜੇ ਡਿਵੈਲਪ ਹੁੰਦੇ ਆ, ਨਿਊ ਸੈਂਸੇਸ਼ਨਸ ਬਿਗਰਸ ਹੁੰਦੀਆਂ। ਸੋ ਉਸ ਜਿਹੜੀਆਂ ਚੇਂਜਿਸ ਆਉਂਦੀਆਂ ਆ, ਠੀਕ ਹੈ ਨਾ, ਏਜ ਜਿਹੜੀ 13 ਏਜ ਤੋਂ ਲੈ ਕੇ 18 ਏਜ ਤੱਕ, ਠੀਕ ਹੈ, ਬॉयज़ ਐਂਡ ਗਰਲਸ ਦੇ ਵਿੱਚ ਥੋੜ੍ਹੀ ਪਹਿਲਾਂ ਆ ਜਾਂਦੀ ਹੈ, 12 ਈਅਰਸ ਤੋਂ ਸਟਾਰਟ ਹੋ ਜਾਂਦੀ ਹੈ। ਸੋ ਇਹ ਜਿਹੜੀਆਂ ਜੋ ਵੀ ਰਿਪਰੋਡਕਸ਼ਨ ਚੇਂਜਿਸ ਆਉਂਦੀਆਂ ਆ, ਰਿਪਰੋਡਕਟਿਵ ਚੇਂਜਿਸ ਆਉਂਦੀਆਂ ਬਾਡੀ ਦੇ ਵਿੱਚ, ਇਸ ਸਟੇਜ ਨੂੰ ਅਸੀਂ ਬੋਲਦੇ ਹਾਂ ਦੈਟ ਇਜ਼ ਕਾਲਡ प्यूबर्टी, ठीक है। और इट अकर्स एट द एज ऑफ 10 to 14 years in girls and 13 to 15 years in the boys, ठीक है। तो at this time the gamete sex at this time the gamete producing primary sex organ begins to work। ਜਿਹੜੇ ਸਾਡੇ ਗੈਮੇਟਸ ਆਰਗਨਸ ਹੁੰਦਾ, ਮੀਨਸ ਗੈਮੇਟ ਆਰਗਨ ਜਿਹੜੇ ਗੈਮੇਟਸ ਨੂੰ ਪ੍ਰੋਡਿਊਸ ਕਰਦੇ ਆ, ਠੀਕ ਹੈ, ਉਹ ਜਿਹੜੇ ਆ ਉਹ ਚੰਗੀ ਤਰ੍ਹਾਂ ਡਿਵੈਲਪ ਹੋਣੇ ਸ਼ੁਰੂ ਹੋ ਜਾਂਦੇ ਆ, ਠੀਕ ਹੈ, ਗਰੋ ਕਰਨੇ ਸ਼ੁਰੂ ਹੋ ਜਾਂਦੇ ਆ। ਉਹ ਹਾਰਮੋਨ ਸਕਰੀਟ ਕਰਨਾ ਸ਼ੁਰੂ ਕਰ ਦਿੰਦੇ ਆ, ਜਿਹੜੇ ਕਿ ਹੌਲੀ ਹੌਲੀ ਡਿਵੈਲਪਮੈਂਟ ਕਰਦੇ ਆ ਸੈਕੰਡਰੀ ਸੈਕਸ ਆਰਗਨ ਦੀ, ਸੈਕੰਡਰੀ ਸੈਕਸ ਕਰੈਕਟਰਸ ਦੀ। ਸਮ ਆਫ ਦਾ ਨਿਊ ਬਾਡੀ ਫੀਚਰਸ ਐਂਡ ਸੈਂਸੇਸ਼ਨਸ ਆਰ ਸਿਮਿਲਰ ਇਨ ਬॉयज़ ਐਂਡ ਗਰਲਸ। ਕੁਝ ਹੋਰ ਵੀ ਨਿਊ ਫੀਚਰਸ ਜਿਹੜੇ ਆ ਉਹ ਡਿਵੈਲਪ ਹੁੰਦੇ ਆ। ਸੋ ਇਹਦੇ ਜਿਹੜੀਆਂ ਕੁਝ ਚੇਂਜਿਸ ਹੁੰਦੀਆਂ ਸਿਮਿਲਰ ਚੇਂਜਿਸ ਹੁੰਦੀਆਂ ਬॉयज़ ਅਤੇ ਗਰਲਸ ਵਿੱਚ। ਇਹ ਜਿਹੜੀਆਂ ਚੀਜ਼ਾਂ ਬੇਟਾ ਤੁਸੀਂ ਪਹਿਲਾਂ ਵੀ ਪੜ੍ਹੀਆਂ 8th ਕਲਾਸ ਦੇ ਵਿੱਚ, ਠੀਕ ਹੈ। ਸੋ ਸਭ ਤੋਂ ਪਹਿਲਾਂ ਹੇਅਰ ਦੀ ਗਰੋਥ ਹੋਣੀ ਸ਼ੁਰੂ ਹੋ ਜਾਂਦੀ ਆ, ਠੀਕ ਹੈ। ਫਿਰ ਉਸ ਤੋਂ ਬਾਅਦ ਬਾਡੀ ਦੇ ਜੈਨੀਟਲ ਏਰੀਆ ਜਿਹੜਾ ਹੁੰਦਾ ਉੱਥੇ ਜਿਹੜੇ ਹੇਅਰਸ ਗਰੋਥ ਹੋਣੀ ਸ਼ੁਰੂ ਹੋ ਜਾਂਦੀ ਆ, ਬਾਡੀ ਹੇਅਰਸ ਅਪੀਅਰ ਹੋਣੇ ਸ਼ੁਰੂ ਹੋ ਜਾਂਦੇ ਆ, ਲੈਗਸ 'ਤੇ, ਆਰਮਸ 'ਤੇ, ਫੇਸ 'ਤੇ, ਬੀਅਰਡ ਵਗੈਰਾ ਆ ਜਾਂਦੀ ਆ ਬॉयज़ ਦੇ। ਸਕਿਨ ਜਿਹੜੀ ਆਇਲੀ ਹੋ ਜਾਂਦੀ ਆ, ਪਿੰਪਲਸ ਨਿਕਲਣੇ ਸ਼ੁਰੂ ਹੋ ਜਾਂਦੇ ਆ। ਅਵੇਅਰਨੈਸ ਆਫ ਦਾ ਬਾਡੀ, ਚਿਲਡਰਨ ਬਿਕਮ ਕੌਨਸ਼ੀਅਸ ਐਂਡ ਅਵੇਅਰ ਆਫ ਦੇਅਰ ਓਨ ਬॉडीज़ ਐਜ਼ ਵਿਚ ਅਦਰਸ ਇਨ ਦ ਨਿਊ ਵੇਜ਼। ਹਰੇਕ ਬੱਚੇ ਨੂੰ ਕਹਿ ਲਓ, ਹਿਊਮਨ ਬੀਂਗ ਨੂੰ ਕਹਿ ਲਓ, ਆਪਣੀ ਬਾਡੀ ਦੀ ਆਪ ਕੇਅਰ ਕਰਨੀ ਚਾਹੀਦੀ ਹੈ। ਡਿਫਰੈਂਟ ਚੇਂਜਿਸ ਹੁੰਦੀਆਂ ਬॉयज़ ਐਂਡ ਗਰਲਸ ਦੇ ਵਿੱਚ, ਠੀਕ ਹੈ। ਹੁਣ ਗਰਲਸ ਦੇ ਵਿੱਚ ਜਿਹੜਾ ਬੈਸਟ ਸਾਈਜ਼ ਇਨਕਰੀਜ਼ ਕਰਦਾ ਆ, ਡਾਰਕਨਿੰਗ ਆਫ ਦ ਸਕਿਨ ਆਫ ਨਿਪਲਸ, ਠੀਕ ਹੈ। ਉਸ ਤੋਂ ਬਾਅਦ ਮੇਨਾਰਕ ਔਰ ਬਿਗਨਿੰਗ ਆਫ ਮੈਂਸਟਰੂਏਸ਼ਨ ਪੀਰੀਅਡ ਸਟਾਰਟ ਹੋ ਜਾਂਦਾ। ਬਰੋਡਨਿੰਗ ਆਫ ਪੈਲਵਿਸ, डिपोजिशन ऑफ फैट इन द फेस, ठीक है, in the face, buttocks and thighs, increase vasculature of skin, hands increase warmth of skin, rounding of body contours, high pitch voice हो जाती है। स्लो ग्रोथ है ओवरीज, fallopian tube, यूट्रस, वजाइना, एनलार्जमेंट ऑफ द लेबिया। सो ये ਜਿਹੜੀਆਂ ਸਾਰੀਆਂ ਚੀਜ਼ਾਂ ਆ ਇਹ ਗਰਲਸ ਦੇ ਵਿੱਚ ਜਿਹੜੀਆਂ ਉਹ ਡਿਵੈਲਪ ਹੋਣੀਆਂ ਸ਼ੁਰੂ ਹੁੰਦੀਆਂ। ਬॉयज़ ਦੇ ਵਿੱਚ ਇੱਦਾਂ ਹੀ ਹੁੰਦਾ, ਥਿਕ ਹੇਅਰ ਡਿਵੈਲਪ ਹੋਣੀ ਸ਼ੁਰੂ ਹੋ ਜਾਂਦੇ ਆ, ਮੋਸਟੈਚਿਸ, ਬੀਅਰਡ ਦੇ, ਠੀਕ ਹੈ। ਔਰ ਉਹਨਾਂ ਦੀ ਜਿਹੜੀ ਆ ਪਿਚ ਵਾਇਸ ਜਿਹੜੀ ਆ ਕਰੈਕਿੰਗ ਹੁੰਦੀ ਆ। ਲੈਰਿੰਗਸ ਜਿਹੜਾ ਹੁੰਦਾ ਗਰੋਥ ਜ਼ਿਆਦਾ ਕਰਦਾ ਆ। ਸਕਿਨ ਦੀ ਥਿਕਨਿੰਗ ਹੋ ਜਾਂਦੀ ਹੈ, ਇਨਕਰੀਜ਼ ਇਨ ਦਾ ਮਸਕੂਲੇਚਰ, ਬੋਨਸ ਦੀ ਗਰੋਥ ਹੁੰਦੀ ਆ, ਕੈਲਸ਼ੀਅਮ ਦੀ ਗਰੋਥ ਹੁੰਦੀ ਆ ਬੋਨਸ ਦੇ ਵਿੱਚ, ਠੀਕ ਹੈ। ਸੋ ਟੈਸਟਿਸ ਦੀ ਐਨਲਾਰਜਮੈਂਟ ਹੁੰਦੀ ਹੈ। ਇਹ ਸਾਰੀਆਂ ਜੋ ਵੀ ਇਹ ਸਾਰੀਆਂ ਡਿਫਰੈਂਟ ਚੇਂਜਿਸ ਹੁੰਦੀਆਂ ਬॉयज़ ਅਤੇ ਗਰਲਸ ਦੇ ਵਿੱਚ ਡਿਊਰਿੰਗ ਕਿਹੜੀ ਸਟੇਜ ਦੇ ਵਿੱਚ, ਪਿਊਬਰਟੀ ਸਟੇਜ ਦੇ ਵਿੱਚ, ਠੀਕ ਹੈ। ਦ ਪੀਰੀਅਡ ਵਿਚ ਦਾ ਫਸਟ ਸਾਈਨ ਆਫ ਪਿਊਬਰਟੀ ਐਂਡ ਅਚੀਵਮੈਂਟ ਆਫ ਦ ਸੈਕਸੁਅਲ ਮੈਚੁਰਿਟੀ, ਅਡੋਲੈਸੈਂਸ, ਠੀਕ ਹੈ। ਇਸੇ ਸਟੇਜ ਨੂੰ ਅਸੀਂ ਹੋਰ ਕੀ ਬੋਲਦੇ ਹਾਂ, ਅਡੋਲੈਸੈਂਸ ਵੀ ਬੋਲਦੇ ਹਾਂ, ਠੀਕ ਹੈ। ਸੋ ਸੈਕਸੁਅਲ ਰਿਪਰੋਡਕਸ਼ਨ ਇਜ਼ ਸਪੈਸ਼ਲਾਈਜ਼ਡ ਫੰਕਸ਼ਨ by reproductive tissue must not only be mature but also capable of carrying out the function of reproduction of formation of new individuals। सो सैक्सुअल रिप्रोडक्शन एक वो फंक्शन आ ਜਾਂ ਉਹ ਡਿਵੈਲਪਮੈਂਟ ਆ
ਜਿਹਦੇ ਵਿੱਚ ਇੱਕ ਨਵਾਂ ਆਰਗੇਨਿਜ਼ਮ ਜਿਹੜਾ ਉਹ ਪ੍ਰੋਡਿਊਸ ਹੁੰਦਾ ਆ ਹਿਊਮਨ ਬੀਇੰਗਸ ਦੇ ਵਿੱਚ। ਸੋ ਇਹਦੇ ਵਿੱਚ ਆਉਂਦਾ ability of penis to become erect and the body of the male capable of forming millions sperms in must sexual act has fertilization। ਸੋ ਇਹ ਜਿਹੜੀ ਆ ਰਿਪਰੋਡਕਸ਼ਨ ਦੇ ਵਿੱਚ ਇਹ ਬਾਅਦ ਵਿੱਚ ਫਰਟੀਲਾਈਜੇਸ਼ਨ ਇੱਕ ਪ੍ਰੋਸੈਸ ਹੁੰਦਾ ਜਿਹਦੇ ਵਿੱਚ ਮੇਲ ਗੈਮਿਟਸ ਅਤੇ ਫੀਮੇਲ ਗੈਮਿਟਸ ਆਪਸ ਵਿੱਚ ਫਿਊਜ਼ ਹੋ ਕੇ ਇੱਕ ਨਿਊ ਆਰਗੇਨਿਜ਼ਮ ਨੂੰ ਫਾਰਮ ਕਰਨ ਵਿੱਚ ਹੈਲਪ ਕਰਦੇ ਆ। ਸੋ ਸੈਕਸ ਆਰਗਨਸ ਸੈਕਸ ਕਰੈਕਟਰਸ। ਸੈਕਸ ਆਰਗਨਸ ਕਿਹੜੇ ਹੁੰਦੇ ਆ? ਵਿਚ ਪ੍ਰੋਡਿਊਸ ਜਰਮ ਸੈਲਸ ਔਰ ਗੈਮਿਟਸ, ਉਹਨਾਂ ਨੂੰ ਅਸੀਂ ਕੀ ਬੋਲਦੇ ਹਾਂ? ਪ੍ਰਾਇਮਰੀ ਸੈਕਸ ਆਰਗਨ। ਅੰਡਰਸਟੂਡ? ਸੈਕਸ ਆਰਗਨਸ ਕਿਹੜੇ ਹੁੰਦੇ ਆ? ਜਿਹੜੇ ਕਿ ਗੈਮਿਟਸ ਨੂੰ ਸਿਰਫ ਪ੍ਰੋਡਿਊਸ ਕਰਦੇ ਆ, ਠੀਕ ਹੈ, ਉਹ ਹੁੰਦੇ ਆ ਪ੍ਰਾਇਮਰੀ ਸੈਕਸ ਆਰਗਨਸ। ਜਿੱਦਾਂ ਕਿ ਐਗਜ਼ਾਮਪਲ ਟੈਸਟਿਸ ਇਨ ਮੇਲ ਅਤੇ ਓਵਰੀਜ਼ ਇਨ ਫੀਮੇਲ, ਇਹ ਸਾਡੇ ਕੀ ਆ? ਪ੍ਰਾਇਮਰੀ ਸੈਕਸ ਆਰਗਨਸ ਆ। ਸੋ ਇਹ 1 ਮਾਰਕਸ ਦਾ ਕੁਐਸਚਨ ਤੁਹਾਨੂੰ ਆ ਸਕਦਾ ਹੈ। ਟੈਸਟਿਸ ਇਨ ਮੇਲ, ovaries in female, ठीक है। So primary sex organs also produce sex hormones. Other sex organs which conduct and nourish the gametes are called as, ਹੁਣ ਜਿਹੜੇ ਕਿ ਇਹਨਾਂ ਨੂੰ ਨਰਿਸ਼ਮੈਂਟ ਪ੍ਰੋਵਾਈਡ ਕਰਦੇ ਆ, ਜਿੱਦਾਂ ਓਵਰੀਜ਼ ਨੂੰ, ਟੈਸਟਿਸ ਨੂੰ, ਓਵਰੀਜ਼ ਨੂੰ ਇਹਨਾਂ ਨਰਿਸ਼ਮੈਂਟ ਪ੍ਰੋਵਾਈਡ ਕਰਦਾ ਆ, ਠੀਕ ਹੈ, ਔਰ ਉਹਨੂੰ ਅਸੀਂ ਕੀ ਬੋਲਦੇ ਹਾਂ? ਸੈਕੰਡਰੀ ਸੈਕਸ ਆਰਗਨ। ਜਿਹਦਾ ਐਗਜ਼ਾਮਪਲ ਫਲਾਪੀਨ ਟਿਊਬਸ, ਯੂਟਰਸ, ਵਾਸਾ ਫਰੈਂਸ਼ੀਆ, ਪੈਨਿਸ, ਪ੍ਰੋਸਟੇਟ, seminal vesicles, ठीक है। सो करैक्टर्स विच डिस्टिंग्विश मेल फ्रॉम द फीमेल टाइम ऑफ बर्थ इज कॉल्ड द प्राइमरी सेक्स सैक्स करैक्टर्स, ठीक है, जोड़ा कि एक मेल नूं फीमेल तो अलग करता है, ठीक है। ड्यूरिंग द बर्थ सानू पता लगता है मेल है फीमेल है, उस करैक्टर में असीं की बोलते हैं? प्राइमरी सैक्स करैक्टर। तो डिस्टिंग्विश करैक्टर विच डेवलप लेटर एट द प्यूबर्टी ड्यूरिंग प्यूबर्टी। सो वो जोड़े करैक्टर्स आ ਉਹ ਜਿਹੜੇ ਇੱਕ ਚੀਜ਼ ਅਲੱਗ ਕਰਦੀ ਆ ਬॉय ਤੇ ਫੀਮੇਲ ਗਰਲ ਨੂੰ, ਉਹ ਜਿਹੜੀ ਆ ਉਹ ਐਟ ਪਿਊਬਰਟੀ ਟਾਈਮ ਜਿਹੜੀ ਉਹਨਾਂ ਦੀ ਡਿਵੈਲਪਮੈਂਟ ਬਹੁਤ ਵਧੀਆ ਆਉਂਦੀ ਹੈ, ਤਾਂ ਕਿ ਉਹ ਉਹਦੇ ਵਿੱਚ ਹਾਰਮੋਨਸ ਬਹੁਤ ਵਧੀਆ ਸਕ੍ਰੀਟ ਕਰਦੇ ਆ। ਸੋ ਦਿਸ ਇਜ਼ ਕਾਲਡ ਦਾ ਸੈਕੰਡਰੀ ਐਕਸਟਰਨਲ ਬ੍ਰੈਸਟ ਸੈਕਸ ਆਰਗਨ, ਜਿਹਦਾ ਬ੍ਰੈਸਟ ਇਨ ਫੀਮੇਲਸ, ਬੀਅਰਡ ਇਨ ਦਾ ਮੇਲਸ, ਠੀਕ ਹੈ। ਨੈਕਸਟ ਆਉਂਦਾ ਸਭ ਤੋਂ ਪਹਿਲਾ ਪਾਰਟ ਆਉਂਦਾ ਮੇਲ ਪ੍ਰੋਡਕਟਿਵ ਸਿਸਟਮ। ਇਟ ਕੰਸਿਸਟ ਆਫ ਦਾ ਆਰਗਨਸ ਦੈਟ ਪ੍ਰੋਡਿਊਸ ਦਾ ਮੇਲ ਜਰਮ ਸੈਲਸ ਔਰ ਸਪਰਮਸ। ਇਹਦੇ ਵਿੱਚ ਬਹੁਤ ਸਾਰੇ ਆਰਗਨਸ ਪ੍ਰੈਜੈਂਟ ਹੈ ਜਿਹੜੇ ਕਿ ਇੱਕ ਮੇਲ ਜਰਮ ਸੈਲਸ ਔਰ ਸਪਰਮਸ ਨੂੰ ਪ੍ਰੋਡਿਊਸ ਕਰਦੇ ਆ, ਠੀਕ ਹੈ, ਔਰ ਉਹ ਜਿਹੜੇ ਆਰਗਨਸ ਆ ਉਹ ਉਹਨੂੰ ਡਿਲੀਵਰ ਕਰਦੇ ਆ ਜਿੱਥੇ ਫਰਟੀਲਾਈਜੇਸ਼ਨ ਹੋਣੀ ਆ। ਸੋ ਹਿਊਮਨ ਮੇਲ ਰਿਪਰੋਡਕਟਿਵ ਸਿਸਟਮ ਦੇ ਵਿੱਚ ਸਭ ਤੋਂ ਪਹਿਲਾਂ ਟੈਸਟਿਸ, ਠੀਕ ਹੈ, ਵਾਸਾ ਡਿਫਰੈਂਸ਼ੀਆ, ਪੇਅਰ ਆਫ ਐਪੀਡਿਡਾਈਮਸ, ਪੇਅਰ ਆਫ ਵਾਸਾ ਡਿਫਰੈਂਸ਼ੀਆ, a pair of seminal vesicles, urinogenital tract, prostate gland and pair of Copper's gland and penis। ये सारियां चीज़ां ਜਿਹੜੀਆਂ ਹੈਗੀਆਂ ਕਿੱਥੇ ਪਾਈਆਂ ਜਾਂਦੀਆਂ? ਮੇਲ ਰਿਪਰੋਡਕਟਿਵ ਸਿਸਟਮ 'ਚ, ਠੀਕ ਹੈ। ਸੋ ਟੈਸਟਿਸ ਸਭ ਤੋਂ ਪਹਿਲਾਂ ਆਉਂਦਾ, ਮੇਲ ਗੋਨਾਡਸ ਬੋਲਦੇ ਹਾਂ ਅਸੀਂ ਇਹਨੂੰ, ਅਸੀਂ ਪ੍ਰਾਇਮਰੀ ਸੈਕਸ ਆਰਗਨ ਵੀ ਬੋਲਦੇ ਹਾਂ, ਵਿਚ ਪ੍ਰੋਡਿਊਸ ਸਪਰਮਸ। ਸਭ ਤੋਂ ਇਹਦਾ ਮੇਨ ਕੰਮ ਇਹ ਆ, ਸੋ ਇਹ ਗੱਲ ਯਾਦ ਰੱਖਣੀ ਤੁਸੀਂ। ਇਹ ਟੈਸਟਿਸ ਕੀ ਪ੍ਰੋਡਿਊਸ ਕਰਦੀਆਂ? ਸਪਰਮਸ ਪ੍ਰੋਡਿਊਸ ਕਰਦੀਆਂ, ਠੀਕ ਹੈ। ਐਂਡ ਸਕਰੀਟ, ਇਹਨਾਂ ਨੇ ਇੱਕ ਹੋਰ ਚੀਜ਼ ਸਕਰੀਟ ਕਰਨੀ ਹੈ, ਮੇਲ ਸੈਕਸ ਹਾਰਮੋਨ ਸਕਰੀਟ ਕਰਨਾ ਹੈ, ਜਿਹਨੂੰ ਕੀ ਬੋਲਦੇ ਹਾਂ ਅਸੀਂ? ਟੈਸਟੋਸਟੇਰੋਨ। ਹੁਣ ਸਮਝ ਲੱਗੀ ਬੇਟਾ? ਸਭ ਤੋਂ ਪਹਿਲਾਂ ਅਸੀਂ ਪੜ੍ਹ ਰਹੇ ਹਾਂ ਮੇਲ ਰਿਪਰੋਡਕਟਿਵ ਸਿਸਟਮ। ਉਹਦੇ ਵਿੱਚ ਬਹੁਤ ਸਾਰੇ ਆਰਗਨਸ ਆ, ਬਹੁਤ ਸਾਰੀਆਂ ਚੀਜ਼ਾਂ ਪ੍ਰੈਜੈਂਟ ਆ, ਉਹਦੇ ਅਲੱਗ ਪਾਰਟਸ ਆ, ਜਿੱਦਾਂ ਟੈਸਟਿਸ, ਵਾਸਾ ਡਿਫਰੈਂਸ਼ੀਆ, ਐਪੀਡਾਈਮਸ, ਇਹ ਸਾਰੀਆਂ ਚੀਜ਼ਾਂ ਅਸੀਂ ਅੱਗੇ ਪੜ੍ਹਨੀਆਂ। ਸਭ ਤੋਂ ਪਹਿਲਾਂ ਟੈਸਟਿਸ ਦਾ ਇੱਕ ਮੇਲ ਗੋਨਾਡ ਆ, ਠੀਕ ਹੈ, ਪ੍ਰਾਇਮਰੀ ਸੈਕਸ ਆਰਗਨ ਆ ਜਿਹੜਾ ਕੀ ਪ੍ਰੋਡਿਊਸ ਕਰਦਾ? ਸਪਰਮਸ ਪ੍ਰੋਡਿਊਸ ਕਰਦਾ, ਅਤੇ ਸਕਰੀਟ ਕੀ ਕਰਦਾ? ਮੇਲ ਸੈਕਸ ਹਾਰਮੋਨ ਸਕਰੀਟ ਕਰਦਾ, ਜਿਹਨੂੰ ਅਸੀਂ ਕੀ ਬੋਲਦੇ ਹਾਂ? ਟੈਸਟੋਸਟੇਰੋਨ। ਟੈਸਟਿਸ ਲਾਈਕ ਆਊਟਸਾਈਡ ਦਾ ਬੋਡੀ ਇਨ 2 ਚੈਂਬਰ ਪਾਚ ਆਫ ਲੋ ਸਕਿਨ ਕਾਲਡ ਦਾ ਸਕਰੋਟਮ। ਹੁਣ ਉਹ ਇੱਕ ਟੈਸਟਿਸ ਆ ਡਾਇਗਰਾਮ ਆ, ਠੀਕ ਹੈ, ਇਹਨੂੰ ਆ ਟੈਸਟਿਸ ਆ, ਟੈਸਟਿਸ ਨੂੰ ਸਰਾਊਂਡ ਕੌਣ ਕਰਦਾ? ਇੱਕ ਐਪੀਡਿਡਾਈਮਸ ਲੇਅਰ, ਇਹ ਅਸੀਂ ਨੈਕਸਟ ਪਾਰਟ ਪੜ੍ਹਾਂਗੇ ਇਹਦਾ। ਬਟ ਇਹ ਪੂਰੀ ਟੈਸਟਿਸ ਆ ਜਿਸ ਨੂੰ ਮੰਨੀਏ, ਤਾਂ ਇਹਨੂੰ ਕੌਣ ਸਰਾਊਂਡ ਕਰਦਾ? ਆਹ ਵਾਲੀ ਲੇਅਰ ਜਿਹੜੀ ਹੈ ਇਹਨੂੰ ਬੋਲਦੇ ਅਸੀਂ ਸਕਰੋਟਲ ਸੈਕ ਜਾਂ ਸਕਰੋਟਮ ਵੀ ਬੋਲਦੇ ਹਾਂ, ਠੀਕ ਹੈ। ਹੁਣ ਸਕਰੋਟਮ ਕੀ ਹੁੰਦਾ? ਸਕਰੋਟਮ ਹੈਂਗਸ ਡਾਊਨ ਫਰੋਮ ਦਾ ਐਬਡੋਮਨ ਬਿਹਾਈਂਡ ਦਾ ਪੈਨਿਸ ਬਿਟਵੀਨ ਦਾ ਥਾਈਜ਼। ਇਟ ਐਕਟ ਹੈਜ਼ ਦ ਥਰਮੋਰੈਗੂਲੇਟਰ। It acts as a thermoregulator by changing the position of testis and keeping a temperature 1 to 3 degrees Celsius below the that of body temperature। ਹੁਣ ਦੇਖੋ ਇਸ ਸਕਰੋਟਮ ਦਾ ਕੀ ਫੰਕਸ਼ਨ ਹੈ ਬੇਟਾ?
ਸਕਰੋਟਮ ਦਾ ਇਹ ਫੰਕਸ਼ਨ ਆ, ਇਹਨੇ ਸਾਡੇ ਟੈਸਟਿਸ ਦੇ ਟੈਂਪਰੇਚਰ ਨੂੰ 1 ਤੋਂ 3 ਡਿਗਰੀ ਸੈਂਸੀਅਸ ਸਾਡਾ ਟੈਸਟਿਸ ਦਾ ਟੈਂਪਰੇਚਰ ਆ ਉਹਨੂੰ ਘੱਟ ਰੱਖਣਾ ਇਹਦੇ ਨਾਲੋਂ ਸਾਡੇ ਬੋਡੀ ਟੈਂਪਰੇਚਰ ਨਾਲ। ਜਿੱਦਾਂ ਸਪੋਜ਼ ਕਰ ਲਓ ਸਾਡਾ ਬੋਡੀ ਦਾ ਟੈਂਪਰੇਚਰ ਕਿੰਨਾ ਹੁੰਦਾ 37 ਡਿਗਰੀ ਸੈਂਸੀਅਸ 28 ਡਿਗਰੀ ਸੈਂਸੀਅਸ, ਇਹਨੇ ਉਸ ਟੈਂਪਰੇਚਰ ਤੋਂ 1 ਤੋਂ 3 ਡਿਗਰੀ ਸੈਂਸੀਅਸ ਤੋਂ ਘੱਟ ਰੱਖਣਾ। ਕਿਹਨੇ ਰੱਖਣਾ? ਸਕਰੋਟਮ। ਠੀਕ ਹੈ, ਸਕਰੋਟਮ ਇੱਕ ਸਰਾਊਂਡ ਕਰਦਾ ਉਹ ਲੇਅਰ ਹੁੰਦੀ ਆ ਜਿਹੜੀ ਕਿ ਟੈਸਟਿਸ ਨੂੰ ਸਰਾਊਂਡ ਕਰਦੀ ਹੈ। ਸੋ ਈਚ ਟੈਸਟਿਸ ਹੈਜ਼ ਅ ਨੰਬਰ ਆਫ ਸੈਮਨੀਫੈਰਸ ਟਿਊਬਿਊਲਸ। ਹਰੇਕ ਟੈਸਟਿਸ ਕੋਲ ਕੀ ਪ੍ਰੈਜੈਂਟ ਆ? ਸੈਮਨੀਫੈਰਸ ਟਿਊਬਿਊਲਸ ਆ। ਠੀਕ ਹੈ, ਲੇਡਿਕ ਸੈਲਸ ਪ੍ਰੈਜੈਂਟ ਇਨ ਕਨੈਕਟਿਵ ਟਿਸ਼ੂ ਸਕ੍ਰੀਟ ਹਾਰਮੋਨ ਟੈਸਟੋਨ। ਹੁਣ ਉਹ 'ਚ ਸੈਮਨੀਫੈਰਸ ਟਿਊਬਿਊਲਸ ਦੇ ਵਿੱਚ ਠੀਕ ਹੈ ਹੋਰ ਟੈਸਟਿਸ ਵਿੱਚ ਇੱਕ ਲੇਡਿਕ ਸੈਲਸ ਹੁੰਦੇ ਆ। ਕਿਹੜੇ ਸੈਲਸ ਹੁੰਦੇ ਆ? ਲੇਡਿਕ ਸੈਲਸ, ਜਿਹੜੇ ਕਿ ਇੱਕ ਹਾਰਮੋਨ ਸਕ੍ਰੀਟ ਕਰਦੇ ਆ, ਉਹਨੂੰ ਟੈਸਟੋਸਟੇਰੋਨ ਬੋਲਦੇ ਆ। ਸੋ ਟੈਸਟੋਸਟੇਰੋਨ ਰੈਗੂਲੇਟਸ ਫਾਰਮੇਸ਼ਨ ਆਫ ਸਪਰਮਸ, ਪਿਊਬਰਟੀ ਚੇਂਜਿਸ। ਸੋ ਲੇਡਿਕ ਸੈਲਸ ਜਿਹੜੇ ਆ ਉਹਨਾਂ ਨੇ ਕੀ ਸਕ੍ਰੀਟ ਕਰਨਾ? ਟੈਸਟੋਸਟੇਰੋਨ ਹਾਰਮੋਨ ਸਕ੍ਰੀਟ ਕਰਨਾ ਹੈ। ਸੋ ਟੈਸਟੋਸਟੇਰੋਨ ਕੀ ਕਰਦਾ ਹੈ? ਇੱਕ ਫਾਰਮੇਸ਼ਨ ਕੀ ਕਰਦਾ? ਸਪਰਮਸ ਦੀ ਫਾਰਮੇਸ਼ਨ ਕਰਦਾ ਹੈ। ਠੀਕ ਹੈ, ਪਿਊਬਰਟੀ ਚੇਂਜਿਸ ਇਨ ਬॉयज़ ਐਂਡ ਮੇਨਟੇਨੈਂਸ ਆਫ ਸੈਕੰਡਰੀ ਸੈਕਸੁਅਲ ਕਰੈਕਟਰਸ। ਸੈਮਨੀਫੈਰੀ ਟਿਊਬਿਊਲਸ ਜਿਹੜੇ ਆ ਉਹ ਸਪਰਮਸ ਪ੍ਰੋਡਿਊਸ ਕਰਦੇ ਹੁੰਦੇ। ਹੁਣ ਆਹ ਦੇਖੋ ਆਹ ਸਟਰਕਚਰ ਹੈਗਾ ਟੈਸਟਿਸ ਦਾ। ਠੀਕ ਹੈ, ਇਹ ਸੀਗਾ ਉਹਦਾ ਲੌਂਗੀਟਿਊਡਲ। ਜੇ ਆਪਾਂ ਇਹਨੂੰ ਸੈਂਟਰ ਵਿੱਚੋਂ ਕੱਟ ਕਰ ਦਈਏ, ਇਹਨੂੰ ਅਸੀਂ ਸੈਂਟਰ ਵਿੱਚੋਂ ਕੱਟ ਕਰੀਏ, ਸੈਕਸ਼ਨ ਕਟਿੰਗ ਟਰਾਂਸਫਰਸ ਸੈਕਸ਼ਨ ਕਰੀਏ ਤਾਂ ਉਹਦੇ ਵਿੱਚ ਸਾਨੂੰ ਆਹ ਦਿਖਾਈ ਦਿੰਦੇ ਆ। ਆਹ ਦੇਖੋ ਇੱਕ ਕਨੈਕਟਿਵ ਟਿਸ਼ੂ ਹੈ, ਇਹਦੇ ਵਿੱਚ ਨਿਊਟ੍ਰੀਟਿਵ ਸੈਲਸ ਆ। ਦੇਖੋ ਆਹ ਲੌਂਗ ਇਹ ਜਿਹੜੇ ਨਿਊਟ੍ਰੀਟਿਵ ਸੈਲਸ ਕੀ ਕਰਦੇ ਆ? ਇਹ ਸਪਾਮਸ ਆ, ਜਿਹੜੇ ਸਪਾਮਸ ਆ ਨਾ ਵਿੱਚ ਪ੍ਰੈਜੈਂਟ ਆ ਮੈਚਿਓਰ ਸਪਾਮਸ ਬੋਲਦੇ ਆਪਾਂ ਇਹਨਾਂ ਨੂੰ। ਔਰ ਇਹਨਾਂ ਨੇ ਕੀ ਕਰਨਾ? ਇਹ ਜਿਹੜੇ ਨਿਊਟ੍ਰੀਟਿਵ ਸੈਲਸ ਆ ਇਹਨਾਂ ਨੇ ਇਹਨਾਂ ਨੂੰ ਭੋਜਨ ਪ੍ਰੋਵਾਈਡ ਕਰਨਾ, ਨਿਊਟ੍ਰੀਸ਼ਨ ਪ੍ਰੋਵਾਈਡ ਕਰਨਾ। ਠੀਕ ਹੈ, ਸੋ ਫਿਰ ਉਸ ਤੋਂ ਬਾਅਦ ਸੈਮਨੀਫੈਰਸ ਟਿਊਬਿਊਲਸ ਹੋ ਗਈਆਂ। ਠੀਕ ਹੈ, ਬਲੱਡ ਵੈਸਲਸ ਹੋ ਗਏ, ਮੈਚਿਓਰ ਸਪਾਮ, ਲੇਡਿਕ ਸੈਲਸ ਹੋ ਗਏ ਜਿਹੜੇ ਕੀ ਪ੍ਰੋਡਿਊਸ ਕਰਦੇ ਸੀਗੇ ਸਾਡੇ ਕੋਲ ਉਹ ਹਾਰਮੋਨ ਸਕ੍ਰੀਟ ਕਰਦੇ ਸੀ ਟੈਸਟੋਸਟੇਰੋਨ। ਠੀਕ ਹੈ, ਸੋ ਸੈਕਿੰਡ ਪਾਰਟ ਆ ਜਾਂਦਾ ਤੁਹਾਡਾ ਐਪੀਡਿਡਾਈਮਸ। ਈਚ ਟੈਸਟਿਸ ਓਪਨਸ ਇਨਟੂ ਲੌਂਗ ਕੋਇਲ ਟਿਊਬਿਊਲ ਆਫ 4-6 ਮੀਟਰ ਲੈਂਥ ਹੁੰਦੀ ਹੈ ਉਹਦੀ। 12 to 14 ਫਾਈਨ ਟਿਊਬਿਊਲਸ ਹੁੰਦੀਆਂ, ਉਹਨਾਂ ਨੂੰ ਵਾਸਾ ਐਫਰੈਂਸ਼ੀਆ ਬੋਲਦੇ ਆ। ਦ ਲੌਂਗ ਟਿਊਬਿਊਲ ਇਜ਼ ਕਾਲਡ ਦਾ ਐਪੀਡਿਡਾਈਮਸ। ਠੀਕ ਹੈ, ਔਰ ਆ ਦੇਖੋ ਜਿਹੜਾ ਐਪੀਡਿਡਾਈਮਸ ਹੁੰਦਾ ਇਹ ਜਿਹੜਾ ਇਹਨੂੰ ਸਰਾਊਂਡ ਕਰਦਾ, ਇਹ ਟਿਊਬ ਲਾਈਕ ਸਟਰਕਚਰ ਹੁੰਦਾ ਹੈ, ਇਹ ਟੈਸਟਿਸ ਨੂੰ ਆਲਰੇਡੀ ਸਰਾਊਂਡ ਕਰਦਾ ਹੁੰਦਾ। ਹੁਣ ਦੇਖੋ ਇਹਦਾ ਫੰਕਸ਼ਨ ਕੀ ਆ? ਇਟ ਇਜ਼ ਫੋਲਡਡ ਐਂਡ ਕੰਪੈਕਟਡ ਅਰਾਊਂਡ ਦਾ ਬੇਸ ਸਾਈਡ ਹੈਡ ਆਫ ਦਾ ਟੈਸਟਿਸ। ਹੁਣ ਇਹਦਾ ਮੇਨ ਫੰਕਸ਼ਨ ਤੁਸੀਂ ਯਾਦ ਰੱਖਣਾ, ਇਟ ਸਟੋਰਸ ਐਂਡ ਨਰਿਸ਼ ਦਾ ਸਪਰਮਸ। ਇਹ ਤੁਹਾਨੂੰ ਪੁੱਛ ਸਕਦੇ ਆ ਵਾਟ ਇਜ਼ ਦਾ ਫੰਕਸ਼ਨ ਆਫ ਐਪੀਡਿਡਾਈਮਸ, ਜਾਂ ਵਿਚ ਪਾਰਟ ਆਫ ਦਾ ਰਿਪਰੋਡਕਟਿਵ ਮੇਲ ਰਿਪਰੋਡਕਟਿਵ ਸਿਸਟਮ, ਵਿਚ ਪਾਰਟ ਆਫ ਦਾ ਮੇਲ ਰਿਪਰੋਡਕਟਿਵ ਸਿਸਟਮ ਸਟੋਰਸ ਦਾ ਸਪਰਮਸ। ਕੌਣ ਸਟੋਰ ਕਰਦਾ? ਐਪੀਡਿਡਾਈਮਸ। ਇਹ ਗੱਲ ਯਾਦ ਰੱਖਣੀ, ਇਹਦੇ ਵਿੱਚ ਇੰਪੋਰਟੈਂਟ ਕੁਐਸਚਨ ਆਏ, ਹਮੇਸ਼ਾ ਪੁੱਛਿਆ ਜਾਂਦਾ ਹੈ। ਥਰਡ ਪਾਰਟ ਆ ਜਾਂਦਾ ਤੁਹਾਡਾ ਵਾਸਾ ਡੈਫਰੈਂਸ਼ੀਆ। ਐਪੀਡਿਡਾਈਮਸ ਉਸ ਤੋਂ ਬਾਅਦ ਉਹ ਕਿਹਦੇ ਵਿੱਚ ਓਪਨ ਹੋਊਗੀ? ਥਿਕ ਮਸਕੂਲਰ ਟਿਊਬ ਵਿੱਚ ਓਪਨ ਹੋਣਾ ਉਹਨੇ, ਉਹਨੂੰ ਵਾਸਾ ਡੈਫਰੈਂਸ ਕਹਿੰਦੇ ਆ, ਜਾਂ ਉਹਨੂੰ ਅਸੀਂ ਕੀ ਬੋਲਦੇ ਹਾਂ? ਸਪਾਮ ਡਕਟ ਬੋਲਦੇ ਹਾਂ। ਸੋ ਵਾਸਾ ਡੈਫਰੈਂਸ ਜਿਹੜੀ ਆ 30 to 35 ਸੈਂਟੀਮੀਟਰ ਲੌਂਗ, ਟੂ ਸਾਈਡਸ ਐਂਟਰ ਦਾ ਬੋਡੀ, ਰਿਸੀਵ ਡਕਟਸ ਫਰੋਮ ਸੈਮਨਲ ਵੈਸਿਕਲਸ to form ejaculatory ducts that join the urethra to form the urinogenital duct. So urinogenital duct ਜਿਹੜੀ ਹੁੰਦੀ ਆ ਉਹ secretion receive ਕਰਦੀ ਆ ਕਾਹਦੀ? prostate and Cowper's glands and then enter the penis open into the hips। ਹੁਣ ਦੇਖੋ ਵਾਸਾ ਡੈਫਰੈਂਸ਼ੀਆ ਅਸੀਂ ਨੈਕਸਟ ਪੇਜ 'ਤੇ ਸ਼ੋਅ ਕਰਦੇ ਹਾਂ। ਆਹ ਡਾਇਗਰਾਮ ਦਿੱਤੀ ਹੋਈ ਆ, ਆਹ ਟੈਸਟਿਸ ਆ, ਆਹ ਸਕਰੋਟਮ ਉਹਨੂੰ ਕਵਰ ਕਰਦਾ, ਜਾਂ ਟੈਸਟਿਸ ਉਹਨੂੰ ਸਕਰੋਟਮ ਕਵਰ ਕਰਦਾ। ਅਗਰਬੈਨਿਕ ਇੱਕ ਹੁੰਦੀ ਆ ਗੋਬਰ ਨੈਕੋਲਮ, ਇਹ ਕੀ ਕਰਦਾ? ਟੈਸਟਿਸ ਨੂੰ ਇਹਦੇ ਨਾਲ ਸਕਰੋਟਮ ਦੇ ਨਾਲ ਅਟੈਚ ਫਿਕਸ ਕਰਨ ਦੇ ਵਿੱਚ ਹੈਲਪ ਕਰਦਾ ਹੈ। ਐਪੀਡਿਡਾਈਮਸ ਦਾ ਵੀ ਤੁਹਾਨੂੰ ਪਤਾ ਲੱਗ ਗਿਆ। ਆਹ ਵਾਸਾ ਡੈਫਰੈਂਸ, ਇਹ ਵਾਸਾ ਡੈਫਰੈਂਸ ਜਿਹੜਾ ਹੁਣ ਅਸੀਂ ਪੜ੍ਹ ਕੇ ਹਟੇ ਸੀ, ਥਰਡ ਪਾਰਟ ਆ। ਇਹ ਕਿੱਥੋਂ ਨਿਕਲਦਾ ਹੈ? ਟੈਸਟਿਸ ਤੋਂ ਨਿਕਲਦਾ ਹੈ। ਆਹ ਦੇਖੋ ਆਹ ਮੂਵ ਕਰ ਰਿਹਾ। ਠੀਕ ਹੈ, ਔਰ ਇਹ ਜਿਹੜੀ ਵਾਸਾ ਡੈਫਰੈਂਸ ਆ ਇਹਦੇ ਨਾਲ ਕੀ ਅਟੈਚ ਹੁੰਦਾ? ਇੱਕ ਜੈਕੂਲੇਟਰੀ ਡਕਟ ਹੁੰਦੀ ਆ, ਪ੍ਰੋਸਟੇਟ ਗਲੈਂਡ ਇਹਦੇ ਨਾਲ ਅਟੈਚ ਆ। ਠੀਕ ਹੈ, ਹੋਰ ਇਹਦੇ ਵਿੱਚ ਕੀ ਹੈ? ਉਸ ਤੋਂ ਜਾ ਕੇ ਇਹ ਵਾਸਾ ਡੈਫਰੈਂਸ ਕਿਹਦੇ ਵਿੱਚ ਕਨਵਰਟ ਹੋ ਜਾਂਦੀ ਆ? ਇਹਦਾ ਨੇਮ ਚੇਂਜ ਹੋ ਯੂਰਾਈਨੋਜੈਨਾਈਟਲ ਡਕਟ। ਹੋਰ ਉਹਦੇ ਨਾਲ ਕੀ ਅਟੈਚ ਹੁੰਦਾ? ਕਾਪਰਸ ਗਲੈਂਡ। ਔਰ ਲਾਸਟ ਇੱਕ ਇਹਦੇ ਵਿੱਚ ਕਨਵਰਟ ਹੋ ਜਾਂਦੀ, ਲਾਸਟ ਜਿਹੜੀ ਹੁੰਦੀ ਹੈ ਉਹਨੂੰ ਅਸੀਂ ਬੋਲਦੇ ਹਾਂ ਸਾਡੇ ਇਹ ਆ ਜਾਂਦਾ ਪੈਨਿਸ ਆ ਜਾਂਦਾ। ਠੀਕ ਹੈ, ਅੰਡਰਸਟੂਡ ਹੈ। ਸੋ ਇਹ ਲਾਸਟ ਆ ਦੇਖੋ, ਜਾਂ ਇਹਨੂੰ ਅੱਗੇ ਜਾ ਕੇ ਕਹਿ ਸਕਦੇ ਯੂਰੀਨੋਜੈਨਾਈਟਲ ਡਕਟ। ਠੀਕ ਹੈ, ਅੰਡਰਸਟੂਡ ਹੈ।
सो फोर्थ पार्ट आ जाता तुहाडा सैमिनल वैसिकल्स। देयर आर पेयर और लॉबुलेटर ग्लैंड्स, ये की करदियां 60 to 70% जिहड़ा सेमन परसेंट सेमन जिहड़ा प्लाज्मा हैव ए फ्रक्टोज प्रोटीन्स एंड अदर कैमिकल्स फॉर नरिश एंड स्टिमुलेटिंग द स्पर्म्स। ठीक है, एक सेमन इन्हें आ हुण देखो सैमिनल वैसिकल्स ने की करना बेटा, ਇਹਦਾ फंक्शन है सैमिनल वैसिकल्स ਦੇ ਵਿੱਚ ਕੀ प्रोड्यूस करता 60 to 70% सेमन ਹੁੰਦਾ लिक्विड पार्ट ਹੁੰਦਾ एक सैमिनल वैसिकल्स ने वो लिक्विड पार्ट ਨੂੰ प्रोड्यूस करना। ठीक है, ਜਿਹਦੇ ਵਿੱਚ ਕੀ ਪ੍ਰੈਜ਼ੈਂਟ ਹੁੰਦਾ फ्रक्टोज ਪ੍ਰੈਜ਼ੈਂਟ ਹੁੰਦਾ, प्रोटीन्स ਪ੍ਰੈਜ਼ੈਂਟ ਹੁੰਦਾ, ਹੋਰ अदर कैमिकल्स ਜਿਹੜੇ ਹੁੰਦੇ ਆ ਉਹ ਪ੍ਰੈਜ਼ੈਂਟ ਹੁੰਦੇ ਆ ਜਿਹੜੇ ਕਿ ਨਰਿਸ਼ ਕਰਦੇ ਆ ਕਿਹਨੂੰ ਕਰਦੇ ਆ ਸਪਰਮਸ ਨੂੰ। अंडरस्टूड है। सो इट इज़ द विस्कस एंड अल्कलाइन इन द नेचर। फिफ्थ पार्ट इज द प्रोस्टेट ग्लैंड आ जाती है। ठीक है, प्रोस्टेट ग्लैंड आ देखो सैमिनल वैसिकल्स तो बाद तुम नीचे आ जाओ, उस तो बाद प्रोस्टेट ग्लैंड आ जाती है। प्रोस्टेट ग्लैंड इट इज़ अ सिंगल लार्ज पैरामिडल ग्लैंड, पैरामिडल शेप ना, पैरामिड शेप। ठीक है, सो दैट अकर्स इन द एरिया ऑफ यूनियन ऑफ यूरेथ्रा विद द एजैकुलेटरी डक्ट। यूनियन ऑफ यूरेथ्रा, यूनियन मतलब जिथे कि आके ज्वाइंट कर दे। ठीक है, क्योंकि इस तो बाद इसका नाम की चेंज हो गया, यूरिनोजेनाइटल डक्ट हो गया। सो सिक्रीशन ऑफ प्रोस्टेट ग्लैंड इज़ थिक मिल्की अल्कलाइन। ਇਹਦੇ ਵਿੱਚ ਕੈਮੀਕਲਸ ਹੁੰਦੇ ਆ ਜਿਹੜੇ ਕਿ ਸਪਰਮਸ ਦੀ ਮੋਟੈਲਿਟੀ ਨੂੰ ਵਧਾਉਂਦੇ ਆ। ਇਹ ਐਸੇ ਕੈਮੀਕਲਸ ਨੂੰ ਸਕਰੀਟ ਕਰਦਾ ਪ੍ਰੋਸਟੇਟ ਗਲੈਂਡ ਜਿਹੜਾ ਕਿ ਸਪਰਮਸ ਦੀ ਮੋਟੈਲਿਟੀ ਮਤਲਬ ਉਹਨਾਂ ਦੀ ਮੂਵਮੈਂਟ ਵਿੱਚ ਹੈਲਪ ਕਰਦੇ ਉਹ ਕੈਮੀਕਲਸ। ਐਸੇ ਕੈਮੀਕਲਸ ਇਹਨੇ ਪ੍ਰੋਡਿਊਸ ਕਰਨੇ ਆ ਜਿਹੜੇ ਕਿ ਉਹ ਸਪਰਮਸ ਦੀ ਮੋਟੈਲਿਟੀ ਨੂੰ ਇਨਕਰੀਜ਼ ਕਰਦੇ ਆ। ਸਕਰੀਸ਼ਨ ਆਫ ਫਾਰਮਸ ਦਾ 20 to 30% ਸੇਮਨ ਪਲਾਜ਼ਮਾ। ਹੁਣ 60 to 70% ਉਹ ਸੇਮਨ ਸੀਗਾ ਨਾ ਜਿਹੜਾ ਸੈਮੀਨਲ ਵੈਸਿਕਲ ਪ੍ਰੋਡਿਊਸ ਕਰਦਾ, ਉਹਦੇ ਵਿੱਚ 20 to 30% ਕੈਮੀਕਲਸ ਇਹ ਹੁੰਦੇ ਆ। ਫਿਰ ਉਸ ਤੋਂ ਬਾਅਦ 6th ਪਾਰਟ ਆਉਂਦਾ ਕਾਪਰਸ ਗਲੈਂਡ, ਜਿਹਨੂੰ ਬਲਬੋ ਯੂਰੇਥਰਲ ਗਲੈਂਡਸ ਵੀ ਕਹਿੰਦੇ ਆ। ठीक है, ये तुहानूं पूछ सकते नेम द बल्बो यूरेथ्रल ग्लैंड्स ऑफ मेल रिप्रोडक्टिव सिस्टम, वो की होगा कॉपर्स ग्लैंड। ये क्वेश्चन बहुत इंपॉर्टेंट है बेटा, जो भी जेडे भी मैं दस रहा ना 1 मार्क्स का क्वेश्चन ये 1 मार्क्स का क्वेश्चन इंपॉर्टेंट है। इन्हें प्लीज़ अंडरलाइन कर लो, प्रॉपर अपनी कॉपी में लिख लो, तो काम आऊगे सारे यही जोड़े क्वेश्चन तुम अगे नैक्सट क्वेश्चन आंसर पढ़ाओगे। ठीक है, सो दे आर द पेयर ऑफ स्मॉल ग्लैंड्स ओपन टू यूरिनोजेनाइटल डक्ट। द ਸਕਰੀਸ਼ਨ ਇਹਦੀ ਵੀ ਅਲਕਲਾइन ਹੁੰਦੀ ਆ। ਇਹਦੇ ਵਿੱਚ ਮਿਊਕਸ ਜਿਹੜਾ ਥਿਕ ਮਟੀਰੀਅਲ ਜ਼ਿਆਦਾ ਹੁੰਦਾ ਆ, ਇਹ 'ਚ ਲੂਬਰੀਕੇਟ ਕਰਦਾ यूरिनोजेनाइटल ਡਕਟ ਨੂੰ ਐਂਡ ਐਸਿਡਿਟੀ ਨੂੰ ਨਿਊਟਰਲਾਈਜ਼ ਕਰਦਾ। ਠੀਕ ਹੈ, ਲਾਸਟ ਪਾਰਟ ਆ ਜਾਂਦਾ ਪੈਨਿਸ, ਮੇਲ ਇਰੈਕਟਾਈਲ ਕੋਪੂਲੇਟਰੀ ਆਰਗਨ ਹੁੰਦਾ ਹੈ। ਟਿਪ ਉਹਦੀ ਬਰॉड ਹੁੰਦੀ ਹੈ, ਸੈਂਸਿਟਿਵ ਹੁੰਦਾ, ਉਹਨੂੰ ਗਲਾਂਸ ਔਰ ਗਲਾਂਸ ਪੈਨਿਸ ਬੋਲਦੇ ਨੇ। ਗਲਾਂਸ ਇਜ਼ ਕਵਰਡ ਬਾਈ ਫੋਲਡ ਆਫ ਸਕਿਨ ਕਾਲਡ ਪੈਪਿਊਸ। ਉਹਦੀ ਜਿਹੜੀ ਸਭ ਤੋਂ ਉੱਪਰਲਾ ਪਾਰਟ ਹੁੰਦਾ ਪੈਨਿਸ ਦਾ, ਉਹਨੂੰ ਪੈਪਿਊਸ ਬੋਲਦੇ हैं। ਆ ਦੇਖੋ, ठीक है, ਆਹ ਵਾਲਾ ਪਾਰਟ ਹੁੰਦਾ ਪੈਪਿਊਸ। ਇਹਦੇ ਵਿੱਚ ਇਹਨੇ ਸ਼ੋਅ ਨਹੀਂ ਕੀਤਾ ਹੋਇਆ, ਜਿਹੜਾ ਆਹ ਵਾਲਾ ਪਾਰਟ ਹੈ ਨਾ ਇਹਨੂੰ ਪੈਪਿਊਸ ਬੋਲਦੇ। ਅੰਡਰਸਟੂਡ ਹੈ। ਸੋ ਲਾਸਟ ਆ ਜਾਂਦਾ ਤੁਹਾਡਾ ਇੰਟਰਨਲ ਪੈਨਿਸ ਦੇ ਵਿੱਚ 3 ਲੇਅਰਸ ਹੁੰਦੀਆਂ। ਆ ਦੇਖੋ, ਜਿਹੜੀ ਆ ਰੈੱਡ ਵਾਲੀ 2 ਲੇਅਰਸ ਹੈ ਇਹਨੂੰ ਕਾਰਪਸ ਕੈਵਰਨੋਸਮ ਬੋਲਦੇ हैं। ठीक है, एक होंगी है कॉर्पस स्पॉन्जियोसम। हुण इत्थे देखो जिहड़ा सैमिनल वास्ट एफरेंस इत्थों इजैक्ट होया सीगा, जिहड़ा इत्थों निकलिया सीगा, ठीक है, इत्थे पहुँच गया, फिर उन्होंने वास्ट एफरेंस ही बोलते हैं। इत्थे सैमिनल वैसिकल्स उहदे नाल अटैच होंगी, फिर उसका नाम प्रोस्टेट ग्लैंड आ गया, यूरिनोजेनाइटल डक्ट आ गई, कॉपर्स ग्लैंड आ गई, और लास्ट में आ गया उन्होंने असीं की बोलते हैं यूरिनोजेनाइटल डक्ट बोलते हैं। और इसनूं असीं होर की बोलते हैं, इस लेयर में जिहड़े लेयर में होंदा कॉर्पस स्पॉन्जियोसम। ठीक है, अंडरस्टूड है। सो आ स्ट्रक्चर्स दित्तियां हुई, आ यूरिनोजेनाइटल डक्ट आ ओपनिंग जी यूराइन जो प्रोड्यूस करता। ठीक है, सो द कॉलम्स गेट फिल्ड विद द ब्लड ड्यूरिंग इरेक्शन। इट इज़ मीन फॉर द ट्रांसपोर्ट स्पर्म इनटू वजाइना ऑफ द फीमेल फॉर द। सो इहदा जिहड़ा पेनिस का मेन फंक्शन होंदा स्पर्म नूं जिहड़ा ट्रांसफर करना कि वजाइना फीमेल की वजाइना विच फॉर द काहदे विच रिप्रोडक्शन विच। अंडरस्टूड आ। सो लास्ट ये होर आ जाता सेमन आ जाता। सेमन एक मिल्की लिक्विड अल्कलाइन फ्लूइड होंदा। ठीक है, मेल्स के प्रोड्यूस होंदा 2.5 to 4.0 ml। 300 तो 400 मिलियन स्पर्म्स होंगे आ। अल्कलाइनिटी करैक्ट्स की करती है एसिडिटी ऑफ द मेल। ठीक है,
ਐਜ਼ ਵੈਲ ਐਜ਼ ਦੈਟ ਆਫ ਵਜਾਈਨਾ। ਸੇਮਨ ਕੀ ਕਰਦਾ, ਸੇਮਨ ਦੇ ਵਿੱਚ ਕੀ ਪ੍ਰੈਜ਼ੈਂਟ ਹੁੰਦਾ, ਫਰਕਟੋਜ਼। ਠੀਕ ਹੈ, ਸੋ ਬੇਟਾ ਜਿਹੜਾ ਫਰਕਟੋਜ਼ ਹੁੰਦਾ ਨਾ, ਇਹ ਬਹੁਤ ਇੰਪੋਰਟੈਂਟ ਆ, ਗੱਲ ਯਾਦ ਰੱਖੋ। ਫਰਕਟੋਜ਼ ਇਕੱਲਾ ਮੇਲ ਬੋਡੀ ਵਿੱਚ ਪਾਇਆ ਜਾਂਦਾ ਹੈ। ਮੇਲ ਬੋਡੀ 'ਚ ਕਿੱਥੇ ਪਾਇਆ ਜਾਂਦਾ, ਇਸ ਦੇ ਵਿੱਚ, ਇਸ ਪ੍ਰੋਡਕਟਿਵ ਸਿਸਟਮ ਦੇ ਵਿੱਚ ਫਰਕਟੋਜ਼ ਪਾਇਆ ਜਾਂਦਾ। ਹੁਣ ਸਮਝ ਲੱਗ ਗਈ। ਔਰ ਜਦੋਂ ਵੀ ਕੋਈ ਰੇਪ ਕੇਸ ਹੁੰਦਾ ਹੈ, ਠੀਕ ਹੈ, ਉਦੋਂ ਜਿਹੜਾ ਟੈਸਟ ਕੀਤਾ ਜਾਂਦਾ ਹੈ ਉਹ ਫਰਕਟੋਜ਼ ਦਾ ਟੈਸਟ, ਉਹ ਐਸਾ ਟੈਸਟ ਹੁੰਦਾ ਕਿ ਜਿਹਦੇ ਵਿੱਚ ਅਗਰ ਦਾ ਫੀਮੇਲ ਬੋਡੀ ਵਿੱਚ ਫਰਕਟੋਜ਼ ਪਾਇਆ ਜਾਵੇ, ਠੀਕ ਹੈ, ਉਹਦੀ ਫੀਮੇਲ ਰਿਪਰੋਡਕਟਿਵ ਸਿਸਟਮ ਦੇ ਵਿੱਚ ਜਦੋਂ ਰੇਪ ਤੋਂ ਬਾਅਦ ਉਹ ਟੈਸਟ ਕਰਦੇ ਆ, ਅਗਰ ਉਹ ਫਰਕਟੋਜ਼ ਪਾਇਆ ਗਿਆ, ਇਟ ਮੀਨਸ ਕਿ ਰੇਪ ਡਿਟੈਕਟ ਹੁੰਦਾ ਹੈ। ਸੋ ਉਹ ਟੈਸਟ ਕੀਤਾ ਜਾਂਦਾ ਹੈ। ਸੋ ਇਹ ਜਨਰਲ ਨੌਲੇਜ ਦੀ ਗੱਲ ਹੈ। ਸੋ ਸੈਵਰਲ ਹੋਰ ਕੈਮੀਕਲਸ ਹੁੰਦੇ ਆ ਜਿਹੜੀ ਕਿ ਪ੍ਰੋਵਾਈਡ ਕਰਦੇ ਆ ਸਪਰਮ ਦੀ ਨਰਿਸ਼ਮੈਂਟ ਵਾਸਤੇ। ਸਪਰਮ ਤੁਹਾਨੂੰ ਲੱਗ ਗਿਆ ਪਤਾ, ਥਿਨ ਡਾਰਟ ਲਾਈਕ ਮੇਲ ਗੈਮੇਟ ਹੁੰਦਾ ਹੈ। ਇਹਦੇ 3 ਪਾਰਟ ਹੁੰਦੇ ਸਪਰਮ ਦੇ, ਹੈੱਡ, ਮਿਡਲ ਪੀਸ ਅਤੇ ਲੌਂਗ ਟੇਲ। ਹੈੱਡ ਦੇ ਵਿੱਚ ਜੈਨੇਟਿਕ ਮਟੀਰੀਅਲ ਹੁੰਦਾ, ਉਹਦੇ ਵਿੱਚ ਨਿਊਕਲੀਅਸ ਕਹਿ ਲਓ ਉਹਨੂੰ, ਐਕਰੋਜ਼ੋਮ ਵੀ ਹੁੰਦਾ ਉੱਥੇ ਪ੍ਰੈਜ਼ੈਂਟ, ਜਿਹੜਾ ਕਿਉਂਕਿ ਹੁਣ ਜਦੋਂ ਇਹ ਜਿਹੜਾ ਸਪਰਮ ਹੁੰਦਾ ਨਾ, ਇਹਦਾ ਡਾਇਗਰਾਮ ਨਹੀਂ ਬਣਾਈ ਹੋਈ ਸਪਰਮ ਦੀ, ਜਿਹੜਾ ਸਪਰਮ ਦਾ ਜਿੱਦਾਂ ਐਗ ਹੋ ਗਿਆ, ਐਗ ਜਿਹੜਾ ਰਿਲੀਜ਼ ਕਰਨਾ, ਇਹ ਸਪਰਮ ਦਾ ਜਿਹੜਾ ਹੈੱਡ, ਮਿਡਲ ਪੀਸ ਐਂਡ ਦਾ ਟੇਲ। ਹੁਣ ਹੈੱਡ ਦੇ ਤੇ ਉਹ ਐਕਰੋਜ਼ੋਮ ਲੇਅਰ ਹੁੰਦੀ ਆ, ਉਹਦੇ ਕੀ ਕਰਨਾ, ਉਸ ਐਗ ਨੂੰ ਹੈੱਡ ਸਪਰਮ ਦੇ ਵਿੱਚ ਜਿਹੜੀ ਬਾਹਰ ਦੀ ਲੇਅਰ ਹੁੰਦੀ ਆ ਉੱਪਰ ਹੈੱਡ 'ਤੇ ਪ੍ਰੈਜ਼ੈਂਟ ਹੁੰਦੀ, ਉਹਨੂੰ ਐਕਰੋਜ਼ੋਮ ਬੋਲਦੇ ਆ। ਉਹ ਐਕਰੋਜ਼ੋਮ ਲੇਅਰ ਨੇ ਐਗ ਦੇ ਵਿੱਚ, ਐਗ ਦੀ ਜਿਹੜੀ ਬਾਹਰਲੀ ਲੇਅਰ ਨੂੰ ਤੋੜਨ ਦੇ ਵਿੱਚ ਹੈਲਪ ਕਰਨੀ, ਉਹਨੂੰ ਬ੍ਰੇਕ ਕਰਕੇ ਉਹਦੇ ਵਿੱਚ ਐਂਟਰ ਹੋਣਾ। ਠੀਕ ਆ। ਸੋ ਮਿਡਲ ਪੀਸ ਜਿਹੜਾ ਹੁੰਦਾ ਉੱਥੇ ਮਾਈਟੋਕੌਂਡਰੀਆ ਪ੍ਰੈਜ਼ੈਂਟ ਹੁੰਦਾ ਹੈ। ਉਹ ਕੀ ਕਰਦਾ, ਉਹਨੂੰ ਐਨਰਜੀ ਪ੍ਰੋਵਾਈਡ ਕਰਦਾ, ਕਾਹਦੇ ਵਾਸਤੇ, ਮੂਵਮੈਂਟ ਵਾਸਤੇ। ਠੀਕ ਹੈ, ਦਿਸ ਇਜ਼ ਯੂਅਰ ਕੰਪਲੀਟ ਯੂਅਰ ਮੇਲ ਰਿਪਰੋਡਕਟਿਵ ਸਿਸਟਮ। ਠੀਕ ਆ ਬੇਟਾ, ਇਹਨੂੰ ਚੰਗੀ ਤਰ੍ਹਾਂ ਕਰੋ, ਅੰਡਰਸਟੂਡ ਆ। ਦੋਨੇ ਤਾਂ ਅਲੱਗ-ਅਲੱਗ ਕਰਾਂਗੇ ਅਸੀਂ, ਇੱਕ ਵਿੱਚ ਮੇਲ ਰਿਪਰੋਡਕਟਿਵ ਸਿਸਟਮ ਕਰਾਂਗੇ, ਇੱਕ ਵਿੱਚ ਫੀਮੇਲ ਰਿਪਰੋਡਕਟਿਵ ਸਿਸਟਮ ਕਰਾਂਗੇ। ਤੁਹਾਨੂੰ ਈਜ਼ਲੀ ਇਕੱਲੇ ਜਿਹੜਾ ਕੁਐਸਚਨ ਆ ਉਹ ਕਲੀਅਰ ਹੋ ਜਾਵੇ। ਠੀਕ ਹੈ, ਸੋ ਬਹੁਤ ਇੰਪੋਰਟੈਂਟ ਪਾਰਟ ਆ ਇਹ, ਤੁਸੀਂ ਅੱਜ ਇਹਨੂੰ ਇੰਨਾ ਕਰੋ। ਨੈਕਸਟ ਅਸੀਂ ਨੈਕਸਟ ਵੀਡੀਓ ਦੇ ਵਿੱਚ ਫੀਮੇਲ ਰਿਪਰੋਡਕਟਿਵ ਸਿਸਟਮ ਕਰਾਂਗੇ। ਠੀਕ ਹੈ, ਪਲੱਸ ਫਰਟੀਲਾਈਜੇਸ਼ਨ ਐਂਡ ਦਾ ਰਿਪਰੋਡਕਟਿਵ ਹੈਲਥ ਜਿਹੜੇ ਹੁੰਦੇ ਆ, ਕੁਝ ਫਰਟੀਲਾਈਜੇਸ਼ਨ ਨੂੰ ਰੋਕਣ ਵਾਸਤੇ ਅਤੇ ਕੁਝ ਡਿਸੀਜ਼ਸ ਹੁੰਦੇ। ਸੋ ਪਲੀਜ਼ ਇਹਨੂੰ ਪ੍ਰੋਪਰ ਇਹਦੇ ਨੋਟਸ ਬਣਾ ਲਓ ਬੇਟਾ। ਇੱਕ ਆਹ ਡਾਇਗਰਾਮ ਬਣਾਉਣੀ ਹੈ ਤੁਸੀਂ ਕਾਪੀ ਦੇ ਵਿੱਚ, ਇੱਕ ਇਹ ਬਣਾਉਣੀ ਹੈ ਟਰਾਂਸਫਰਸ। ਠੀਕ ਹੈ, ਇਹਦੇ ਸਾਰੇ ਜਿੰਨੇ ਵੀ ਛੋਟੇ ਤੁਹਾਨੂੰ ਮੈਂ ਦੱਸੇ ਹੋਏ ਵੀਡੀਓਜ਼ ਦੇ ਵਿੱਚ ਕਿ ਆਹ ਇੰਪੋਰਟੈਂਟ ਆ, ਇਹਨੂੰ ਅਸੀਂ ਇਹ ਬੋਲਦੇ ਹਾਂ, ਛੋਟੇ 1 ਮਾਰਕਸ ਦੇ ਕੁਐਸਚਨ ਜਿਹੜੇ ਵੀ ਹੈਗੇ ਆ ਬੇਟਾ ਉਹ ਸਾਰੇ ਕਰਨੇ, ਕਲੀਅਰ ਕਰਨੇ। ਓਕੇ, ਸੋ ਥੈਂਕ ਯੂ।